ਸੂਫੀ ਮੱਤ ਦੇ ਸੰਤ ਬਾਬਾ ਸ਼ੇਖ ਫਰੀਦ ਜੀ। ਬਾਬਾ ਸ਼ੇਖ ਫਰੀਦ ਜੀ ਦਾ ਪੂਰਾ ਨਾਮ ਸ਼ੇਖ ਫਰੀਦ ਦੀਨ ਮਸਊਦ ਗੰਜ ਏ ਸ਼ਕਰ। ਆਪ ਜੀ ਦਾ ਪ੍ਰਚਲਿਤ ਨਾਮ ਸ਼ੇਖ ਫਰੀਦ ਸ਼ਕਰ ਗੰਜ ਤੇ ਆਪ ਜੀ ਦੇ ਪਿਤਾ ਜੀ ਦਾ ਨਾਮ ਸ਼ੇਖ ਜਲਾਲ ਦੀਨ ਸੁਲੇਮਾਨ। ਮਾਤਾ ਜੀ ਮਰੀਅਮ ਕੁਰਸਮ। ਜਨਮ ਅਸਥਾਨ ਖੇਤਵਾਲ ਚਾਵਲੀ ਮਸਾਇਕ ਜ਼ਿਲ੍ਹਾ ਮੁਲਤਾਨ ਪਾਕਿਸਤਾਨ ਅਤੇ ਜਨਮ ਤਿਥੀ 1173 ਈਸਵੀ। ਮੁਰਸ਼ਦ ਦਾ ਨਾਮ ਖਵਾਜਾ ਬਖਤਿਆਰ ਕਾਕੀ। ਆਪ ਜੀ ਪਰਲੋਕ ਧਿਆਨਾ 1266 ਈਸਵੀ ਵਿੱਚ। ਆਪ ਦੇ ਪ੍ਰਸਿੱਧ ਪਾਕਪਟਨ ਚਾਵਲੀ ਮੁਸਾਇਖਾ ਪਿੰਡ ਕਬੂਲਾ ਅਸਥਾਨ ਪਾਸ ਲਟਕਦੇ ਤਪ ਕਰਨ ਵਾਲਾ ਖੂਹ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗ ਸੂਹੀ ਰਾਗ ਆਸਾ ਵਿੱਚ 2-2 ਸ਼ਬਦ ਵਿੱਚ ਬਾਣੀ ਦਰਜ ਹੈ। 130 ਸ਼ਲੋਕ ਹਨ ਜਿਨ੍ਹਾਂ ਵਿੱਚ 18 ਸ਼ਲੋਕ ਗੁਰੂ ਸਾਹਿਬ ਜੀ ਨੇ ਟਿੱਪਣੀ ਸਾਹਿਤ ਬਾਬਾ ਫਰੀਦ ਜੀ ਦੇ ਨਾਮ ਤੇ ਉਚਾਰੇ ਹਨ। ਪ੍ਰਸਿੱਧੀ ਖੇਤਰ ਸਾਰਾ ਹਿੰਦੁਸਤਾਨ ਅਤੇ ਹੋਣ ਵਾਲਾ ਪਾਕਿਸਤਾਨ। ਬਾਬਾ ਫਰੀਦ ਜੀ ਆਪ ਪ੍ਰਭੂ ਜੀ ਦੇ ਰੰਗ ਵਿੱਚ ਮਸਤ ਹੋਏ ਸਨ ਅਤੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਨੂੰ ਆਪਣਾ ਮੁਰਸ਼ਦ ਧਾਰਨ ਕਰ ਲਿਆ ਸੀ। ਗੁਰੂ ਦੀਖਿਆ ਪ੍ਰਾਪਤ ਕਰਨ ਉਪਰੰਤ ਬਹੁਤ ਪ੍ਰੇਮ ਨਾਲ ਆਪਣੇ ਗੁਰੂ ਦੀ ਸੇਵਾ ਕੀਤੀ। ਆਪਣੇ ਮੁਰਸ਼ਦ ਨੂੰ ਅੰਮ੍ਰਿਤ ਵੇਲੇ ਗਰਮ ਪਾਣੀ ਨਾਲ ਇਸ਼ਨਾਨ ਕਰਵਾਇਆ ਕਰਦੇ ਸਨ। ਡੇਰੇ ਵਿੱਚ ਅੱਗ ਦਾ ਪ੍ਰਬੰਧ ਹਮੇਸ਼ਾ ਰਹਿੰਦਾ ਸੀ। ਰੋਜ਼ਾਨਾ ਦੇ ਨਿਯਮ ਅਨੁਸਾਰ ਜਦੋਂ ਇੱਕ ਦਿਨ ਫਰੀਦ ਜੀ ਉੱਠੇ ਤਾਂ ਵਰਖਾ ਕਾਰਨ ਅੱਗ ਬੁਝ ਚੁੱਕੀ ਸੀ। ਆਲੇ ਦੁਆਲੇ ਦੂਰ ਤੱਕ ਨਜ਼ਰ ਮਾਰੀ ਤਾਂ ਇੱਕ ਦੀਵੇ ਦੀ ਲੋ ਵਿਖਾਈ ਦਿੱਤੀ। ਮੁਰਸ਼ਦ ਭਾਵ ਪੂਰੇ ਗੁਰੂ ਦੀ ਸੇਵਾ ਵਿੱਚ ਵਿਘਨ ਪੈਣਾ ਫਰੀਦ ਜੀ ਲਈ ਇੱਕ ਅਸਹਿ ਸਦਮੇ ਨਾਲੋਂ ਜ਼ਿਆਦਾ ਦੁਖਦਾਇਕ ਸੀ। ਵਰਖਾ ਵੀ ਮੋਲੇ ਧਾਰ ਹੋ ਰਹੀ ਸੀ। ਜਿਸ ਘਰ ਲੋ ਬਲਦੀ ਸੀ ਉਹ ਵੀ ਦੂਰ ਸੀ। ਮਨ ਅੰਦਰ ਵਾਪਰੀ ਦਸ਼ਾ ਨੂੰ ਫਰੀਦ ਜੀ ਵਰਣਨ ਕਰਦੇ ਹਨ। ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹ। ਚੱਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨੇਹੋ। ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੋ ਮੇਹੋ। ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾਹੀ ਨੇਹੋ। ਮਨ ਨੂੰ ਗੁਰੂ ਪਿਆਰ ਵਿੱਚ ਦ੍ਰਿੜ ਕਰਕੇ ਦੀਵੇ ਦੀ ਲੋ ਵੱਲ ਤੁਰ ਪਏ। ਜਦੋਂ ਉਸ ਘਰ ਮੂਹਰੇ ਪੁੱਜੇ ਤਾਂ ਇਹ ਘਰ ਇੱਕ ਵੇਸਵਾ ਦਾ ਨਿਕਲਿਆ। ਫਰੀਦ ਜੀ ਨੇ ਉਸ ਪਾਸੋਂ ਅੱਗ ਮੰਗੀ ਤਾਂ ਵੇਸਵਾ ਨੇ ਆਖਿਆ, ਅੱਗ ਦਾ ਮੁੱਲ ਇੱਕ ਆਨਾ ਭਾਵ ਡੇਲਾ ਹੈ ਅੱਖ ਹੈ। ਮੁਰਸ਼ਦ ਦੇ ਪਿਆਰ ਖਾਤਰ ਫਰੀਦ ਜੀ ਨੇ ਡੇਲਾ ਕੱਢ ਕੇ ਵੇਸਵਾ ਨੂੰ ਸੌਂਪ ਦਿੱਤਾ ਅਤੇ ਅੱਖ ਉੱਪਰ ਪੱਟੀ ਬੰਨ੍ਹ ਲਈ। ਹਰ ਰੋਜ਼ ਵਾਂਗ ਡੇਰੇ ਪੁੱਜ ਕੇ ਪਾਣੀ ਗਰਮ ਕੀਤਾ। ਮੁਰਸ਼ਦ ਦਾ ਇਸ਼ਨਾਨ ਕਰਵਾਇਆ ਭਾਵ ਆਪਣੇ ਗੁਰੂ ਦਾ ਇਸ਼ਨਾਨ ਕਰਵਾਇਆ। ਜਦੋਂ ਗੁਰੂ ਨੇ ਪੁੱਛਿਆ ਕਿ ਫਰੀਦ ਅੱਖ ਕਿਉਂ ਬੰਨੀ ਹੈ ਤਾਂ ਫਰੀਦ ਜੀ ਨੇ ਆਖਿਆ, ਸਤਿਕਾਰਯੋਗ ਮੁਰਸ਼ਦ ਜੀ ਅੱਖ ਆਈ ਹੋਈ ਹੈ। ਜਦ ਕਾਮਲ ਮੁਰਸ਼ਦ ਜੀ ਨੇ ਆਖਿਆ, ਹਾਂ ਠੀਕ ਹੈ ਅੱਖ ਆਈ ਹੈ ਪਰ ਖੁਦਾ ਦੀ ਬਰਾਬਰੀ ਨਹੀਂ, ਕੁਝ ਛੋਟੀ ਹੋਵੇਗੀ। ਜਦੋਂ ਪੱਟੀ ਖੋਲ ਕੇ ਵੇਖੀ ਤਾਂ ਅੱਖ ਦਾ ਡੇਲਾ ਕੁਝ ਛੋਟਾ ਸੀ ਪਰ ਅੱਖ ਬਿਲਕੁਲ ਠੀਕ ਸੀ। ਫਰੀਦ ਜੀ ਦੀ ਘਾਲ ਪੂਰੀ ਹੋਈ। ਹੋਰ ਸੂਫੀ ਮਹਾਤਮਾ ਸ਼ੇਖ ਸੁਹਾਬੋਦੀਨ ਬਹਾਵੋਦੀਨ ਜ਼ਕਰੀਆ ਮੁਲਤਾਨੀ ਮੁਹੰਮਦ ਦੇਸ਼ਾਪੁਰੀ ਆਦਿ ਦੀ ਸੰਗਤ ਵੀ ਕੀਤੀ। ਇਸ ਪਿੱਛੋਂ ਆਪਣੇ ਮੁਰਸ਼ਦ ਤੋਂ ਆਗਿਆ ਲੈ ਕੇ ਭਾਰਤ ਦੇ ਹੋਰ ਭਗਤੀ ਭਾਵ ਦੇ ਟਿਕਾਣਿਆਂ ਦੀ ਯਾਤਰਾ ਕੀਤੀ। ਦਿੱਲੀ ਹਾਂਸੀ ਰਾਜਪੂਤਾਨੇ ਅਤੇ ਮੁਲਤਾਨ ਆਦਿ ਸਥਾਨਾਂ ਤੇ ਬਹੁਤ ਜੁਹਦ ਭਗਤੀ ਕੀਤੀ। ਫਿਰ ਆਪਣੀ ਮਾਤਾ ਨੂੰ ਮਿਲਣ ਦੀ ਲਾਲਸਾ ਪੈਦਾ ਹੋਈ। ਜਿਸ ਸਤਿਕਾਰਯੋਗ ਮਾਤਾ ਦੀ ਪ੍ਰੇਰਣਾ ਅਤੇ ਅਸੀਸਾਂ ਦੇ ਸਦਕੇ ਫਰੀਦ ਰੱਬੀ ਪ੍ਰੀਤ ਵਿੱਚ ਰੰਗੇ ਜਾ ਚੁੱਕੇ ਸਨ। ਸਤਿਕਾਰਯੋਗ ਮਾਤਾ ਜੀ ਦੇ ਦਰਸ਼ਨਾਂ ਖਾਤਰ ਉਹ ਆਪਣੇ ਨਗਰ ਵੱਲ ਤੁਰ ਪਏ। ਜਦੋਂ ਘਰ ਪੁੱਜੇ ਤਾਂ ਉਹਨਾਂ ਦਾ ਮਨ ਇਹ ਖਬਰ ਸੁਣ ਕੇ ਦੁਖੀ ਹੋਇਆ ਕਿ ਉਹਨਾਂ ਦੀ ਸਤਿਕਾਰਯੋਗ ਮਾਤਾ ਜੀ ਸਵਰਗਵਾਸ ਹੋ ਗਏ ਹਨ। ਘਰ ਵਿੱਚ ਮਨ ਨਾ ਲੱਗਾ ਅਤੇ ਮੁੜ ਘਰ ਛੱਡ ਤੁਰੇ। ਆਪਣੇ ਪ੍ਰੀਤਮ ਅੱਲਾ ਨੂੰ ਮਿਲਣ ਦੀ ਤੜਫ ਬਹੁਤ ਤੀਬਰ ਹੋ ਗਈ। ਦੂਰ ਜੰਗਲ ਵਿੱਚ ਇੱਕ ਸੁੱਕਾ ਖੂਹ ਵੇਖਿਆ। ਮਨ ਵਿੱਚ ਵਿਰਾਗ ਨੇ ਠਾਠਾਂ ਮਾਰੀਆਂ। ਦਿਲ ਕਾਹਲਾ ਪਵੇ ਕਿ ਉਹ ਸੁਲੱਖਣੀ ਘੜੀ ਕਦੋਂ ਆਵੇ ਕਿ ਅੱਲਾ ਜੀ ਦੇ ਪ੍ਰਤੱਖ ਦਰਸ਼ਨ ਦੀ ਦਾਤ ਪ੍ਰਾਪਤ ਹੋ ਜਾਵੇ। ਮਨ ਵਿੱਚ ਸੰਕਲਪ ਫੁਰਿਆ ਕਿ ਲੱਤਾਂ ਨੂੰ ਸੰਗਲ ਬੰਨ੍ਹ ਲਵਾਂ ਅਤੇ ਖੂਹ ਵਿੱਚ ਪੁੱਠਾ ਲਟਕ ਕੇ ਤਪ ਕਰਾਂ। ਸ਼ਾਇਦ ਰੱਬ ਇਵੇਂ ਹੀ ਤਰਸ ਖਾ ਕੇ ਮਿਲ ਪਵੇ।
ਸੋ ਪੈਰਾਂ ਨੂੰ ਸੰਗਲ ਨਾਲ ਬੰਨ੍ਹ ਕੇ ਕਿਸੇ ਦਰਖਤ ਨਾਲ ਬੰਨ੍ਹ ਲਿਆ ਅਤੇ ਆਪ ਖੂਹ ਵਿੱਚ ਪੁੱਠਾ ਲਟਕ ਕੇ ਇਬਾਦਤ ਕਰਨ ਲੱਗੇ। ਮਨ ਅੰਦਰ ਪਿਆਰ ਦੇ ਬਲਬਲੇ ਉੱਠਦੇ। ਬਾਬਾ ਫਰੀਦ ਜੀ ਅੱਲਾ ਦੇ ਪਿਆਰ ਵਿੱਚ ਅਤ ਵਿਆਕੁਲ ਅਵਸਥਾ ਵਿੱਚ ਸਮਾਂ ਲੰਘਾਉਣ ਲੱਗੇ। ਫਰੀਦ ਜੀ ਦੇ ਹਿਰਦੇ ਅੰਦਰ ਉਪਜੀ ਪ੍ਰਭੂ ਪ੍ਰੀਤ ਦੀ ਤੜਫ ਉਹਨਾਂ ਦੇ ਸਲੋਕਾਂ ਤੋਂ ਸਪਸ਼ਟ ਰੂਪ ਵਿੱਚ ਪ੍ਰਗਟ ਹੁੰਦੀ ਹੈ। ਫਰੀਦਾ ਚਿੰਤ ਖਟੋਲਾ ਬਾਣ ਦੁੱਖ ਬਿਰਹਿ ਬਿਛਾਵਣ ਲੇਫ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਕਹਿੰਦੇ ਹਨ ਫਰੀਦ ਜੀ ਦੇ ਸਰੀਰ ਨੂੰ ਕਾਵਾਂ ਨੇ ਚਰੁੰਡਣਾ ਆਰੰਭ ਕਰ ਦਿੱਤਾ। ਫਰੀਦ ਜੀ ਨੇ ਕਾਂ ਨੂੰ ਸੰਬੋਧਨ ਕਰਦੇ ਫਿਰ ਆਪਣੇ ਪਿਆਰੇ ਅੱਲਾ ਨੂੰ ਮਿਲਣ ਦੀ ਸੱਦਰ ਪ੍ਰਗਟ ਕੀਤੀ। ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੂੰਡੈ ਕਾਂਗ ਅਜੇ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ। ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਣਾ ਮਤ ਛੂਹੋ ਪਰ ਦੇਖਣ ਕੀ ਆਸ। ਕਾਗਾ ਚੂੰਡ ਨਾ ਪਿੰਜਰਾ ਵਸੈ ਤਾਂ ਉੱਡਰ ਜਾਹੇ ਜਿਤ ਪਿੰਜਰੈ ਮੇਰਾ ਸਹੁ ਵਸੈ ਮਾਸ ਨਾ ਤਿੱਦੂ ਖਾਹੇ। ਰੱਬੀ ਵਿਛੋੜੇ ਵਿੱਚ ਫਰੀਦ ਜੀ ਦੀ ਵੇਦਨਾ, ਦਿਲ ਦਾ ਦਰਦ, ਵਿਛੋੜੇ ਦਾ ਦੁੱਖ ਤਿੱਖੀ ਹੁੰਦੀ ਗਈ। ਇਹਨਾਂ ਸਲੋਕਾਂ ਦੀ ਆਵਾਜ਼ ਨੂੰ ਇੱਕ ਭੋਲੇ ਆਜੜੀ ਨੇ ਸੁਣਿਆ। ਉਹ ਖੂਹ ਤੇ ਪੁੱਜਾ। ਜਦੋਂ ਵੇਖਿਆ ਕਿ ਇੱਕ ਫਕੀਰ ਪੁੱਠਾ ਲਟਕ ਰਿਹਾ ਨਜ਼ਰੀ ਆਇਆ, ਪੁੱਛਣ ਲੱਗਾ, ਐ ਦਰਵੇਸ਼ ਜੀ, ਆਪ ਜੀ ਖੂਹ ਵਿੱਚ ਪੁੱਠੇ ਕਿਉਂ ਲਟਕ ਰਹੇ ਹੋ? ਬਾਬਾ ਫਰੀਦ ਜੀ ਨੇ ਉੱਤਰ ਦਿੱਤਾ, ਅਸੀਂ ਬੰਦਗੀ ਕਰ ਰਹੇ ਹਾਂ, ਖੁਦਾ ਨੂੰ ਯਾਦ ਕਰ ਰਹੇ ਹਾਂ। ਜਦੋਂ ਖੁਦਾ ਮਿਹਰਬਾਨ ਹੋ ਗਏ ਤਾਂ ਜ਼ਰੂਰ ਦਰਸ਼ਨ ਬਖਸ਼ਣਗੇ। ਆਜੜੀ ਪਹਿਲਾਂ ਵੀ ਫਕੀਰਾਂ ਦੀ ਸੰਗਤ ਕਰ ਚੁੱਕਿਆ ਸੀ। ਉਸ ਨੇ ਝਟਪਟ ਇੱਕ ਰੱਸਾ ਵੱਟਿਆ ਅਤੇ ਰੱਬ ਦੇ ਭਰੋਸੇ ਤੇ ਫਰੀਦ ਜੀ ਵਾਂਗੂ ਆਪਣੇ ਪੈਰ ਬੰਨ੍ਹ ਕੇ ਖੂਹ ਵਿੱਚ ਲਟਕ ਗਿਆ। ਪ੍ਰਭੂ ਭਗਤ ਵਸ਼ਲ ਹਨ। ਭੋਲੇ ਆਜੜੀ ਨੂੰ ਪਹਿਲਾਂ ਦਰਸ਼ਨ ਦਿੱਤੇ, ਪਿੱਛੋਂ ਬਾਬਾ ਫਰੀਦ ਜੀ ਨੂੰ ਪ੍ਰਤੱਖ ਦਰਸ਼ਨ ਬਖਸ਼ੇ। ਦੋਨਾਂ ਦੇ ਹਿਰਦੇ ਠੰਡੇ ਹੋ ਗਏ। ਚਿਰੀ ਵਿਸ਼ੁੰਨਾ ਪ੍ਰੀਤਮ ਮਿਹਰ ਦੇ ਘਰ ਆ ਗਿਆ। ਨੈਣਾ ਨਾਲ ਪਿਆਰੇ ਅੱਲਾ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ। ਪ੍ਰਭੂ ਜੀ ਦੇ ਦਰਸ਼ਨਾਂ ਪਿੱਛੋਂ ਫਰੀਦ ਜੀ ਅੰਦਰ ਭਗਤੀ ਦਾ ਰੰਗ ਵੱਧਦਾ ਗਿਆ। ਅੱਠੇ ਪਹਿਰ ਸੁਰਤ ਜੁੜੀ ਰਹਿਣ ਲੱਗੀ। ਖੂਹ ਵਿੱਚੋਂ ਨਿਕਲ ਆਏ। ਇਹ ਖੂਹ ਪਾਕਪਟਨ ਦੇ ਕੋਲ ਜ਼ਿਲ੍ਹਾ ਮਿੰਟ ਗੁਮਰੀ ਵਿੱਚ ਹੈ। ਆਨੰਦ ਮਗਨ ਹੋਏ ਆਪਣੇ ਅੱਲਾ ਦੇ ਵਸਲ ਨਾਲ ਪ੍ਰਾਪਤ ਹੋਈ ਆਤਮ ਖੁਸ਼ੀ, ਖੇੜਾ ਅਤੇ ਪ੍ਰਭੂ ਜੀ ਦੇ ਮਿਲਾਪ ਦੇ ਮਾਣੇ ਰਸ ਨੂੰ ਬਿਆਨ ਕਰਨੋਂ ਨਾ ਰਹਿ ਸਕੇ। ਰੱਬੀ ਪ੍ਰੀਤ ਦੇ ਭਿਖਾਰੀ ਫਰੀਦ ਜੀ ਰੱਬੀ ਪ੍ਰੇਮ ਰੂਪੀ ਕਥੂਰੀ ਦੀ ਸੁਗੰਧੀ ਨਾਲ ਨਸ਼ਿਆ ਗਏ। ਫਰੀਦ ਜੀ ਨੇ ਜੋਹਦ ਸੂਫੀ ਰੰਗਣ ਦੇ ਅਤੇ ਵਡਿਆਈ ਨੂੰ ਵੇਖ ਕੇ ਇੱਕ ਮਤਸਵੀ ਕਾਜੀ ਸੁਹਾਬਉਦੀਨ ਈਰਖਾ ਕਰਕੇ ਲੋਕਾਂ ਅਤੇ ਇਲਾਕੇ ਦੇ ਜ਼ਗੀਰਦਾਰਾਂ ਨੂੰ ਆਖਣ ਲੱਗਾ, ਫਰੀਦ ਸ਼ਰ੍ਹਾ ਦੇ ਵਿਰੁੱਧ ਹੈ, ਇਸ ਨੂੰ ਇੱਥੋਂ ਕੱਢ ਦੇਣਾ ਚਾਹੀਦਾ ਹੈ। ਇਸ ਗੱਲ ਦਾ ਪਤਾ ਜਦੋਂ ਮੁਲਤਾਨ ਦੇ ਹਾਕਮ ਨੂੰ ਲੱਗਾ ਤਾਂ ਕਾਜੀ ਸੁਹਾਬਉਦੀਨ ਨੂੰ ਸੱਦ ਕੇ ਚੰਗੀ ਝਾੜ ਪਾਈ, ਪਰ ਕਾਜੀ ਅੰਦਰ ਲੱਗੀ ਈਰਖਾ ਦੀ ਅੱਗ ਮੱਠੀ ਨਾ ਪਈ। ਉਸ ਨੇ ਇੱਕ ਬਦਮਾਸ਼ ਪਾਸੋਂ ਵੀ ਫਰੀਦ ਜੀ ਨੂੰ ਮਰਵਾਉਣਾ ਚਾਹਿਆ, ਪਰ ਉਸ ਦਾ ਇਹ ਭੈੜਾ ਮਨਸੂਬਾ ਕਾਮਯਾਬ ਨਾ ਹੋ ਸਕਿਆ। ਖਜ਼ੀਨਾ ਰੂਹਾਨੀਅਤ ਵਿੱਚ ਲਿਖਿਆ ਹੈ ਕਿ ਇੱਕ ਵਾਰ ਚੋਰ ਫਰੀਦ ਜੀ ਦੇ ਡੇਰੇ ਆ ਵੜਿਆ। ਦੇਵਨੇਤ ਕੁਦਰਤੀ ਉਸ ਦੀ ਨਜ਼ਰ ਜਾਂਦੀ ਰਹੀ। ਅੰਨਿਆਂ ਵਾਂਗੂ ਚਾਰ ਛਪੇਰੇ ਟਟੋਲਣ ਲੱਗਾ। ਤੜਕਸਾਰ ਫਰੀਦ ਜੀ ਦਾ ਇੱਕ ਮੁਰੀਦ ਉੱਠਿਆ। ਜਦੋਂ ਮੁਰੀਦ ਨੇ ਉਸ ਅੰਨੇ ਹੋਏ ਬੰਦੇ ਨੂੰ ਵੇਖਿਆ ਤਦ ਪੁੱਛਗਿੱਛ ਕੀਤੀ ਕਿ ਤੂੰ ਇੱਥੇ ਕੀ ਕਰਦਾ ਏ? ਚੋਰ ਨੇ ਆਖਿਆ, ਮੈਂ ਚੋਰ ਹਾਂ, ਮੈਂ ਚੋਰੀ ਕਰਨ ਆਇਆ ਸਾਂ, ਪਰ ਜਦੋਂ ਮੈਂ ਡੇਰੇ ਵੜਿਆ ਤਾਂ ਮੇਰੀਆਂ ਅੱਖਾਂ ਦੀ ਲੋ ਜਾਂਦੀ ਰਹੀ। ਮੁਰੀਦ ਚੋਰ ਨੂੰ ਫੜ ਕੇ ਫਰੀਦ ਜੀ ਪਾਸ ਲੈ ਗਿਆ। ਬਾਬਾ ਫਰੀਦ ਜੀ ਨੇ ਚੋਰ ਦੀ ਨਿਗਾਹ ਠੀਕ ਹੋ ਜਾਣ ਵਾਸਤੇ ਅੱਲਾ ਪਾਸ ਪ੍ਰਾਰਥਨਾ ਕੀਤੀ। ਚੋਰ ਦੀ ਨਿਗਾਹ ਠੀਕ ਹੋ ਗਈ। ਉਹ ਚੋਰ ਵੀ ਫਰੀਦ ਜੀ ਦਾ ਮੁਰੀਦ ਬਣ ਗਿਆ। ਅੰਤ ਪਾਕਪਟਨ ਵਿੱਚ ਹੀ 83 ਵਰ੍ਹਿਆਂ ਦੀ ਉਮਰ ਵਿੱਚ 1266 ਈਸਵੀ ਨੂੰ ਸਰੀਰ ਤਿਆਗ ਕੇ ਅੱਲਾ ਤਾਲਾ ਦੀ ਦਰਗਾਹ ਵਿੱਚ ਪੁੱਜ ਗਏ। ਗੁਰੂ ਅਰਜਨ ਦੇਵ ਜੀ ਨੇ ਬਾਬਾ ਫਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਅਤੇ ਕੁਝ ਸਲੋਕਾਂ ਵਿਚਲੀਆਂ ਪੰਕਤੀਆਂ ਦੀ ਟਿੱਪਣੀ ਕਰਕੇ ਉਹਨਾਂ ਨੂੰ ਸਪਸ਼ਟ ਕਰਨ ਦੀ ਮਿਹਰ ਕੀਤੀ ਤਾਂ ਜੋ ਪ੍ਰੇਮੀ ਪੁਰਖ ਸਲੋਕਾਂ ਦੇ ਸਹੀ ਅਰਥਾਂ ਨੂੰ ਸਮਝ ਕੇ ਸਹੀ ਮਾਰਗ ਤੇ ਤੁਰ ਸਕਣ। ਹੇ ਮੇਰੀ ਆਤਮਾ, ਵੇਖ ਬਾਬਾ ਫਰੀਦ ਜੀ ਨੇ ਆਪਣੇ ਮੁਰਸ਼ਦ ਦੀ ਕਿਵੇਂ ਸੇਵਾ ਕਮਾਈ ਅਤੇ ਅੱਲਾ ਜੀ ਦੇ ਪ੍ਰੇਮ ਵਿੱਚ ਕਿੰਨੇ ਦੁੱਖ ਝੱਲੇ, ਪਰ ਦ੍ਰਿੜ ਨਿਸ਼ਚੈ ਨਾ ਤਿਆਗਿਆ।
ਅੰਤ ਪ੍ਰਭੂ ਜੀ ਨੇ ਪ੍ਰਸੰਨ ਹੋ ਕੇ ਪ੍ਰੇਮਾ ਭਗਤੀ ਵਿੱਚ ਮਗਨ ਹੋਏ ਫਰੀਦ ਜੀ ਨੂੰ ਪ੍ਰਤੱਖ ਦਰਸ਼ਨ ਬਖਸ਼ ਕੇ ਨਿਹਾਲ ਕੀਤਾ। ਤੂੰ ਵੀ ਬਾਬਾ ਫਰੀਦ ਜੀ ਦੀ ਪਵਿੱਤਰ ਸਾਖੀ ਸੁਣ ਕੇ ਦ੍ਰਿੜ ਨਿਸ਼ਚੈ ਨਾਲ ਅਕਾਲ ਪੁਰਖ ਜੀ ਦੇ ਮਾਰਗ ਦਾ ਪਾਂਧੀ ਬਣ ਕੇ ਵਾਹਿਗੁਰੂ ਗੁਰੂ ਮੰਤਰ ਪ੍ਰਾਪਤ ਕਰਕੇ ਸਿਮਰਨ ਭਜਨ ਕਰਕੇ ਜੀਵਨ ਸਫਲ ਕਰ ਲੈ।